ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਕੇਤੇ ਖਬ ਟੁਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਈ ਖਾਹੇ, ਕੇਤਿਆਂ ਦੁਖ ਭੂਖ ਸਦਮਾਰ। ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ। ਹੋ ਰਾਖ ਨਾ ਸਕੈ ਕੋਇ, ਜੀ ਕੋ ਖਾਇਗ ਆਖਣ ਪਾਏ। ਉਹ ਜਾਣੇ ਜੇਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ। ਆਖੈ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਜਪਜੀ ਸਾਹਿਬ ਦੀ ਪੌੜੀ ਨੰਬਰ 25, ਜਿਹਦੀ ਅਸੀਂ ਵਿਚਾਰ ਅੱਜ ਕਰਨੀ ਹੈ, ਜਿਹਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਨ ਕਰਦੇ ਨੇ, ਕਈ ਐਸੇ ਮਨੁੱਖ ਨੇ ਜਿਹੜੇ ਲੈ ਕੇ ਮੁੱਕਰ ਜਾਂਦੇ ਨੇ, ਮੁਨਕਰ ਹੋ ਜਾਂਦੇ ਨੇ। ਸਹਿਬ ਫਰਮਾਨ ਕਰਦੇ ਨੇ, ਈਸ਼ਵਰ ਦੀ ਮੂਲ ਹੋਂਦ ਦਇਆ ਤੇ ਖੜੀ ਹੈ। ਦਿਆਲੂ ਮਨੁੱਖ ਹੀ ਧਰਮੀ ਹੋ ਸਕਦਾ ਹੈ। ਜਿਹਦੇ ਅੰਦਰ ਦਇਆ ਹੋਵੇ, ਧਰਮ ਵੀ ਉਸ ਮਨੁੱਖ ਦੇ ਅੰਦਰ ਹੋਏਗਾ। ਤੇ ਜਿੱਥੇ ਪਰਮਾਤਮਾ ਦੀ ਗੱਲ ਆਏਗੀ, ਪਰਮਾਤਮਾ ਇੱਕ ਬਹੁਤ ਵੱਡਾ ਦਿਆਲੂ ਹੈ, ਪਰਮਾਤਮਾ ਇੱਕ ਬਹੁਤ ਵੱਡਾ ਕਿਰਪਾਲੂ ਹੈ। ਪਰਮਾਤਮਾ ਈਰਖਾਲੂ ਨਹੀਂ ਹੈ, ਦਿਆਲੂ ਹੈ। ਕਿਉਂਕਿ ਉਹਦਾ ਸੁਭਾਅ ਹੈ, ਮੁੱਢ ਤੋਂ ਸੁਭਾਅ ਹੈ ਉਸ ਪ੍ਰਭੂ ਪਰਮਾਤਮਾ ਦਾ। ਉਹ ਦਿਆਲਤਾ ਹੈ, ਉਹ ਦਿਆਲੂ ਹੈ, ਦਇਆ ਦੇ ਘਰ ਵਿੱਚ ਰਹਿੰਦਾ ਹੈ।
ਸਹਿ ਫਰਮਾਨ ਕਰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਬਹੁਤਾ ਕਰਮ, ਬਹੁਤਾ ਕਰਮ, ਜਿਹੜਾ ਕਰਮ ਸ਼ਬਦ ਏ ਇਹ ਬਰਸ਼ਿੰਦ ਤੋਂ ਬਣਿਆ, ਜਿਹਦਾ ਅਰਥ ਹੈ ਬਖਸ਼ਿਸ਼। ਸਾਹਿਬ ਕਹਿਣ ਲੱਗੇ ਬਹੁਤ ਵੱਡੀ ਬਖਸ਼ਿਸ਼ ਮਾਲਕ ਇੰਨੀ ਵੱਡੀ ਬਖਸ਼ਿਸ਼ ਕਰਦਾ ਏ, ਲਿਖਿਆ ਨਾ ਜਾਏ। ਉਹਦੀ ਬਖਸ਼ਿਸ਼ ਨੂੰ ਲਿਖਿਆ ਨਹੀਂ ਜਾ ਸਕਦਾ। ਕਰਮ ਦਾ ਮਤਲਬ ਹੁੰਦਾ ਹੈ ਬਖਸ਼ਿਸ਼। ਪਰਮਾਤਮਾ ਇੰਨੀ ਬਖਸ਼ਿਸ਼ ਕਰਦਾ ਹੈ, ਇੰਨੀ ਕਿਰਪਾ ਕਰਦਾ ਹੈ, ਇੰਨੀ ਰਹਿਮਤ ਕਰ ਦਿੰਦਾ ਹੈ ਕਿ ਉਹਦਾ ਲਿਖਿਆ ਨਹੀਂ ਜਾਂਦਾ। ਕਿੰਨੀ ਵੱਡੀ ਬਖਸ਼ਿਸ਼ ਕਰਦਾ, ਲਿਖਣ ਦੇ ਅੰਦਰ ਨਹੀਂ ਆਉਂਦੀ, ਨਾ ਲਿਖਿਆ ਜਾ ਸਕਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ। ਵੱਡਾ ਦਾਤਾ, ਪਰਮਾ ਬਹੁਤ ਵੱਡਾ ਪਰਮਾਤਮਾ ਦਾਤਾ ਹੈ। ਤਿਲ ਨਾ ਤਮਾਏ, ਪਹਾੜਾਂ ਜਿੱਡੀਆਂ ਸਾਨੂੰ ਸੌਗਾਤਾਂ ਦਾਤਾਂ ਦੇ ਕੇ ਵੀ ਤਿਲ ਜਿੰਨਾ ਵੀ ਉਹ ਅਹਿਸਾਨ ਨਹੀਂ ਜਤਾਉਂਦਾ ਕਿ ਮੈਂ ਤੈਨੂੰ ਦਾਤਾਂ ਦਿੱਤੀਆਂ ਹੋਈਆਂ ਨੇ। ਪਰ ਦੂਜੇ ਪਾਸੇ ਮਨੁੱਖ ਦਾ ਸੁਭਾਅ ਐਸਾ ਹੈ, ਤਿਲ ਜਿੰਨਾ ਦੇ ਕੇ ਪਹਾੜਾਂ ਜਿੱਡੀਆਂ ਗੱਲਾਂ ਕਰਦਾ ਹੈ। ਮੈਂ ਪਹਿਲੇ ਵੀ ਬੇਨਤੀ ਕਰ ਚੁੱਕਿਆ, ਤਿਲ ਦੇਣੀ ਚੀਜ਼ ਦੇ ਕੇ ਪਹਾੜ ਜਿਹੜੀਆਂ ਗੱਲਾਂ ਕਰਦਾ ਹੈ। ਜੇ ਆਪਣੇ ਨਾਂ ਲਿਖੇ ਹੋਏ ਨੇ ਐਵੇਂ ਨਹੀਂ ਲਿਖੇ ਹੋਏ, ਥੋੜੀ ਜਿਹੀ ਚੀਜ਼ ਦੇ ਕੇ ਪਹਾੜ ਜਿਹੜੀ ਗੱਲ ਕਰਦਾ ਹੈ। ਸਾਹਿਬ ਕਹਿਣ ਲੱਗੇ ਵੱਡਾ ਦਾਤਾ, ਮਨੁੱਖ ਕਿਤੇ ਇੱਕ ਅੱਧੀ ਚੀਜ਼ ਕਿਸੇ ਨੂੰ ਦੇ ਵੀ ਦੇ ਤੇ 100 ਵਾਰ ਜਤਾਉਂਦਾ ਹੈ ਕਿ ਮੈਂ ਤੈਨੂੰ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ। ਅਹਿਸਾਸ ਕਰਾਉਂਦਾ ਹੈ ਕਿ ਮੈਂ ਤੈਨੂੰ ਇਹ ਚੀਜ਼ ਦਿੱਤੀ ਹੋਈ ਹੈ। ਪਰ ਸਾਹਿਬ ਕਹਿਣ ਲੱਗੇ ਵੱਡਾ ਦਾਤਾ ਤਿਲ ਨਾ ਤਮਾਏ। ਪਰਮਾਤਮਾ ਪਹਾੜ ਜਿਹੜੀਆਂ ਦਾਤਾਂ ਦੇ ਕੇ ਸੁਗਾਤਾਂ ਦੇ ਕੇ ਵੀ ਕਦੀ ਉਹ ਜਤਾਉਂਦਾ ਨਹੀਂ, ਕਦੀ ਦੁਹਰਾਉਂਦਾ ਨਹੀਂ। ਪਰ ਇਹ ਮਨੁੱਖ ਦਾ ਸੁਭਾਅ ਹੈ ਕਿ ਮਨੁੱਖ ਦੇ ਕੇ ਬਾਰ-ਬਾਰ ਉਹ ਗੱਲਾਂ ਕਰਦਾ ਹੈ। ਸਾਹਿਬ ਕਹਿਣ ਲੱਗੇ ਜਿਹੜਾ ਲੈਣ ਤੇ ਦਿਨ ਇੱਕ ਪਰਮਾਤਮਾ ਦਾ ਹੁੰਦਾ ਹੈ। ਪਰਮਾਤਮਾ ਦੇ ਕੇ ਕਦੀ ਜਤਾਉਂਦਾ ਨਹੀਂ। ਜਿੱਥੇ ਸੰਸਾਰ ਦੀ ਦਾਨ ਦੀ ਗੱਲ ਆਉਂਦੀ ਹੈ, ਦੇਣ ਦੀ ਗੱਲ ਆਉਂਦੀ ਹੈ, ਕੇਵਲ ਇੱਕ ਵਪਾਰ ਹੈ। ਇੱਕ ਵਪਾਰ ਹੋ ਰਿਹਾ। ਵਪਾਰ ਕਿਉਂ ਹੋ ਰਿਹਾ? ਜਿਹੜਾ ਬੰਦਾ ਦੇ ਰਿਹਾ ਆਪਣੇ ਬੋਰਡ ਵੀ ਲਾ ਰਿਹਾ, ਆਪਣੀਆਂ ਫੋਟੋਆਂ ਵੀ ਲਾ ਰਿਹਾ, ਆਪਣਾ ਨਾਮ ਵੀ ਲਿਖਵਾ ਰਿਹਾ। ਇਹ ਵਪਾਰ ਹੋ ਰਿਹਾ, ਕੁਛ ਦੇਣਾ ਤੇ ਕੁਛ ਲੈਣਾ। ਜੇ ਕੁਛ ਦੇ ਰਿਹਾ ਤੇ ਉਹਦੇ ਬਦਲੇ ਤੇ ਆਪਣਾ ਨਾਮਕਰਨ ਲੈ ਰਿਹਾ, ਆਪਣੀ ਵਡਿਆਈ ਲੈ ਰਿਹਾ, ਸਿਫਤ ਲੈ ਰਿਹਾ ਹੈ ਕਿ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਬਹੁਤ ਵੱਡਾ ਦਾਨੀ ਹਾਂ। ਸਾਹਿਬ ਕਹਿਣ ਲੱਗੇ ਇੱਕ ਉਹ ਮਨੁੱਖ ਨੇ ਜਿਹੜੇ ਦੇ ਰਹੇ ਨੇ, ਆਪਣੀ ਵਡਿਆਈ ਕਰਾ ਰਹੇ ਨੇ। ਪਰਮਾਤਮਾ ਐਸਾ ਜਿਹੜਾ ਦੇ ਰਿਹਾ ਤੇ ਦੇ ਕੇ ਕਦੀ ਵੀ ਆਪਣਾ ਨਾਮ ਨਹੀਂ ਜਤਾਉਂਦਾ। ਕੋਟ ਮਦੇ ਕੋ ਐਸਾ ਸੇਵਕ, ਹੋਰ ਸਗਲੇ ਬਿਵਹਾਰੀ। ਸਾਹਿਬ ਕਹਿਣ ਲੱਗੇ ਹੋਰ ਤੇ ਸਾਰਾ ਵਪਾਰ ਹੋ ਰਿਹਾ ਹੈ। ਕੇਵਲ ਪਰਮਾਤਮਾ ਹੈ ਜਿਹੜਾ ਦਾਤਾਂ ਦੇ ਕੇ ਕਦੀ ਬਾਹਰ ਉਸ ਗੱਲ ਨੂੰ ਦੁਹਰਾਉਂਦਾ ਨਹੀਂ। ਸਾਹਿਬ ਫਰਮਾਨ ਕਰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ। ਇੱਕ ਬਹੁਤ ਵੱਡੇ ਸੰਤ ਹੋਏ ਨੇ ਜਨਾਬ ਆਫਸ਼। ਜਨਾਬ ਆਫਸ਼ ਕਹਿਣ ਲੱਗਾ ਮੈਂ ਸੰਸਾਰ ਤੇ ਜਿੰਨੀ ਵਾਰ ਵੀ ਆਵਾਂਗਾ ਮੈਂ ਗੁਨਾਹ ਕਰਾਂਗਾ। ਮੈਂ 100 ਵਾਰ ਆਵਾਂਗਾ, 100 ਵਾਰ ਗੁਨਾਹ ਕਰਨੇ ਨੇ। 1000 ਵਾਰ ਆਵਾਂਗਾ, 1000 ਵਾਰ ਗੁਨਾਹ ਕਰਾਂਗਾ। ਤੇ ਜਿਹੜੇ ਮੇਰੇ ਗੁਨਾਹ ਹੋਣਗੇ ਇਹ ਪਰਮਾਤਮਾ ਦੇ ਪ੍ਰਤੀ ਇੱਕ ਇਮਤਿਹਾਨ ਹੋਏਗਾ। ਇਮਤਿਹਾਨ ਹੋਏਗਾ ਪਰਮਾਤਮਾ ਦੇ ਪ੍ਰਤੀ। ਪੁੱਛਿਆ ਕਿਉਂ? ਹੁਣ ਧਰਮੀ ਬੰਦਾ ਇਹ ਗੱਲ ਕਹਿ ਰਿਹਾ ਕਿ ਮੈਂ ਜਿੰਨੀ ਵਾਰ ਸੰਸਾਰ ਤੇ ਆਵਾਂਗਾ ਮੇਰੇ ਸੈਂਕੜੇ ਤੇ ਹਜ਼ਾਰਾਂ ਗੁਨਾਹ ਹੋਣਗੇ ਤੇ ਪਰਮਾਤਮਾ ਦੇ ਪ੍ਰਤੀ ਇੱਕ ਇਮਤਿਹਾਨ ਹੋਏਗਾ। ਇਮਤਿਹਾਨ ਕਿਉਂ ਹੋਏਗਾ? ਕਹਿਣ ਲੱਗੇ ਮੈਂ ਇੱਕ ਗੱਲ ਵੇਖਣੀ ਏ ਕਿ ਜਿੰਨੇ ਮੈਂ ਅਪਰਾਧ ਕਰ ਰਿਹਾ ਵਾਂ, ਜਿੰਨੇ ਮੈਂ ਗੁਨਾਹ ਕਰ ਰਿਹਾ, ਮੇਰੇ ਮਾਲਕ ਦੀ ਮੇਰੇ ਗੁਨਾਹ ਵੱਡੇ ਹੋਣਗੇ ਕਿ ਤੁਹਾਡੀ ਬਖਸ਼ਿਸ਼ ਵੱਡੀ ਹੋਏਗੀ। ਮੈਂ ਵੇਖਣੀ ਇਹ ਗੱਲ ਏ ਕਿ ਮੇਰੇ ਗੁਨਾਹ ਜ਼ਿਆਦਾ ਨੇ ਕਿ ਤੁਹਾਡੀ ਬਖਸ਼ਿਸ਼ ਵੱਡੀ ਏ।
अखीर ते कहन लगा मेरी हथ जोड़ के इको अरदास होगी, मालक जी मैं जिन्ने मर्जी गुनाह कर ला पर तेरी बख्शिश इन्नी वड्डी है, तेरी बख्शिश दे सामने मेरे ये गुनाह कुछ भी नहीं। जदों किसी ते बख्शिश कर देना ਉਹਦੇ सारे गुनाह जिंदगी दे विच माफ़ हो जाते हैं। वड्डा दाता तिल ना तमाया। परमात्मा दातां दे रहा है, दातां दे के भी परमात्मा कदी जतांदा नहीं, अपने हथ नूं संकोचदा है। हथ नूं संकोचन का मतलब हुंदा जिन्हों एक बार दे दिता ਉਹਦੇ ਵੱਲ ਦੁਬਾਰਾ कदी जताया नहीं, कदी वेख्या नहीं। एक 60 साल का चोर किसी संत किसी महात्मा के डेरे ते चला गया जिथे लंगर वरताया जाता सी, जिथे लैन लगी सी प्रशादा छकन वालियां दी, उथे चोर भी खड़ा हो गया। जाके चोर ने भी लैन ला ली। जदों चोर की वारी आई, उस जड़ा संत सी जड़ा महात्मा सी वो क्रोध विच आया, कहन लगा दफा हो जा, तेरे वास्ते लंगर नहीं इत्थे, तू लोगों की चोरी करदा है, लोगों दियां जेबां कटदा है, लोगों नूं दुखी करदा है, लोगों नूं मारदा है, परेशान करदा है, तेरे करके सारी कायनात दुखी होंदी है, तेरे वास्ते कोई प्रशादा नहीं। उन्होंने वापस मोड़ दिता। जदों उस चोर नूं वापस मोड़िया, शाम नूं बैठा भगती दे विच परमात्मा दे नाम जपन वास्ते बैठा होया है। हुण नाम जपन बैठा होया है, मन बेचैन हो रहा, मन दे अंदर टिका नहीं आ रहा, मन दे अंदर अडोलता नहीं आ रही, मन दे अंदर सुख नहीं आ रहा, बड़ा दुखी होया। एक अहनात हुई, एक आवाज़ आई, कहन लगे मालक अज की गल, अज मेरा ध्यान नहीं जुड़ रहा तुहाडे चरणों च, मेरे अंदरों रस नहीं आ रहा। परमात्मा कहन लगा आउणा भी नहीं। कहंदा जी क्यों? कहंदा जिन्नू मैं 60 साल तू खवा रहा वा, 60 साल तू दे रहा वा, ओनू 60 साल तो मैं पाल रहा वा, तू एक दिन नहीं उन्होंने खवा सकिया। बेशक चोर है, लोगों दी जेबां कटदा है, पर ओदी गुस्ताखी मैं ये नहीं दे सकता कि मैं उन्होंने भुखा सवावां या भुखा रखां। ਉਹਦੇ गुनाह वेख के भी मैं उन्होंने 60 साल तक खवांदा रहा वा, तू एक दिन उन्होंने प्रशादा नहीं छका सकिया, एक दिन। साहब कहन लगे वड्डा दाता तिल ना तमाए। परमात्मा इन्ना वड्डा दाता दे के भी तिल जिन्नी गल नहीं करता, जतांदा नहीं है। एक महात्मा किसी महफल के अंदर बैठा होया संतां दी बार बार गल नूं दोहरा रहा सी। मैं कई संतां नूं लत्त मार के संत बनिया, कई महात्मा लत्त मार के महात्मा बनिया। उत्थे भला पुरुष कहन लगा लत्त चंगी तरह वजी है, जे वज जांदी तू दुबारा गल दोहरांदा ही ना, तू दुबारा ये गल्लां बोलदा ही ना। जिन्नू लत्त मारी वो तेरे नाल ही चिंबड़ गए ने, भाव कि हंकार तेरे नाल ही पिया होया है। तू जिन्हां दे करके महात्मा बनिया है, तेरे अंदर वो गुण आए नहीं अजे तक, तू बार बार जता रहे हैं। साहब कहन लगे वड्डा दाता तिल ना तमाए, केते मंगे जोधे अपार। कई ऐसे जोधे ने जिहड़े मैदाने जंग जान तो पहला अरदास करते हैं, मालक जी फतेह दे अंदर कामयाबी बख्शो, फतेह दे अंदर कामयाबी बख्शो, कृपा करो साडे ते। कई ऐसे जोधे ने मैदाने जंग दे अंदर जान तो पहला मालक दे चरणों दे अंदर अरदास करते हैं, केते मंगे जोधे अपार, केते अगणत नहीं विचार। कई ऐसे मंग रहे ने जिन्हां दी गिनती नहीं हो सकती, जिन्हां दी अजे तक विचार नहीं हो सकती भी किन्ने तेरे दर तू मंग रहे ने। केते खब टूटे बेकार। कई ऐसे ने जिहड़े लैके खा के विकारां दे अंदर खचत हो गए। कई ऐसे ने जिन्हां ने तुहाडे कोलों दातां लईआं, दातां लैके विकारां अंदर ही मस्त हो गए, विकारां अंदर ही खचत हो गए। केते खब टूटे बेकार, केते लै लै मुँह कर पाहे।
ਮੂਕਰ ਪਾਹੇ ਦਾ ਮਤਲਬ ਹੁੰਦਾ ਹੈ ਮੁੱਕਰ ਜਾਣਾ। ਮੁੱਕਰ ਪਾਹੇ ਦਾ ਮਤਲਬ ਹੁੰਦਾ ਹੈ ਨਾ ਸ਼ੁਕਰੇ ਹੋ ਜਾਣਾ। ਪਰਮਾਤਮਾ ਦੀਆਂ ਦਾਤਾਂ ਲੈ ਕੇ ਵੀ ਨਾ ਸ਼ੁਕਰੇ ਹੋ ਗਿਆ, ਭੁੱਲ ਗਿਆ ਪਰਮਾਤਮਾ ਨੂੰ ਕਿ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ, ਸਾਨੂੰ ਦਾਤਾਂ ਦਿੱਤੀਆਂ ਹੋਈਆਂ ਨੇ। ਕਿਤੇ ਲੈ ਲੈ ਮੁੱਕਰ ਪਾਹੇ, ਨਾ ਸ਼ੁਕਰੇ ਹੋ ਜਾਣਾ, ਪਰਮਾਤਮਾ ਨੂੰ ਭੁੱਲ ਜਾਣਾ। ਇੱਕ ਬੰਦਾ ਆਪਣੇ ਮਿੱਤਰ ਦੇ ਕੋਲ ਬੈਠਾ ਹੈ ਤੇ ਬੜੇ ਲੰਮੇ ਹੋ ਕੇ ਲੈ ਰਿਹਾ, ਕਹਿੰਦਾ ਮੈਨੂੰ ਘਾਟਾ ਪੈ ਗਿਆ, ਬਹੁਤ ਵੱਡਾ ਘਾਟਾ ਪਿਆ ਹੈ ਮੈਨੂੰ। ਜਿਹੜਾ ਉਹਦਾ ਮਿੱਤਰ ਬੈਠਾ ਹੋਇਆ ਉਹ ਵੀ ਅਫਸੋਸ ਜਤਾ ਰਿਹਾ, ਕਹਿੰਦਾ ਸਾਨੂੰ ਵੀ ਅਫਸੋਸ ਹੈ ਵੀ ਤੈਨੂੰ ਘਾਟਾ ਪਿਆ ਹੈ, ਦੁੱਖ ਹੈ ਸਾਨੂੰ ਇਸ ਗੱਲ ਦਾ, ਤੂੰ ਸਾਡਾ ਮਿੱਤਰ ਹੈ। ਲਾਗੇ ਬੈਠੀ ਹੋਈ ਸੀ ਪਤਨੀ। ਪਤਨੀ ਕਹਿਣ ਲੱਗੇ ਵੀ ਇਹਨੂੰ ਘਾਟਾ ਨਹੀਂ ਪਿਆ, ਇਹਨੂੰ 6 ਲੱਖ ਦਾ ਮੁਨਾਫਾ ਹੋਇਆ ਹੈ। ਇਹਦਾ ਜਿਹੜਾ ਟਾਰਗੇਟ ਸੀ, ਇਹਦਾ ਟਾਰਗੇਟ ਸੀ 10 ਲੱਖ ਦਾ, ਕਿ ਮੈਨੂੰ 10 ਲੱਖ ਦਾ ਮੁਨਾਫਾ ਹੋਵੇ। 10 ਲੱਖ ਦਾ ਮੁਨਾਫਾ ਨਹੀਂ ਹੋਇਆ, ਇਹਨੂੰ ਮੁਨਾਫਾ ਹੋਇਆ 6 ਲੱਖ ਦਾ। 6 ਲੱਖ ਲੈ ਕੇ ਇਹ ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ, 4 ਲੱਖ ਪਿੱਛੇ ਇਹ ਗਿਲੇ ਕਰਦਾ ਹੈ। 6 ਲੱਖ ਲੈ ਕੇ ਪਰਮਾਤਮਾ ਦਾ ਸ਼ੁਕਰ ਨਹੀਂ ਕਰ ਰਿਹਾ, ਜਿਹੜਾ ਇਹਨੂੰ 4 ਲੱਖ ਨਹੀਂ ਮਿਲਿਆ ਉਸ ਕਰਕੇ ਪਰਮਾਤਮਾ ਨਾਲ ਇਹ ਗਿਲੇ ਕਰ ਰਿਹਾ, ਇਹ ਸ਼ਿਕਵੇ ਕਰਦਾ ਪਰਮਾਤਮਾ ਨਾਲ। ਕਿਤੇ ਲੈ ਲੈ ਮੁਕਰ ਪਾਹੇ, ਜਿੰਨਾ ਪਰਮਾਤਮਾ ਨੇ ਦਿੱਤਾ ਉਹ ਲੈ ਕੇ ਸ਼ੁਕਰ ਨਹੀਂ ਹੈ। ਜਿਹੜੀਆਂ ਹੋਰ ਵਸਤੂਆਂ ਬੰਦਾ ਮੰਗ ਰਿਹਾ, ਜੇ ਨਹੀਂ ਮਿਲਦੀਆਂ ਬੰਦਾ ਪਰਮਾਤਮਾ ਨਾਲ ਸ਼ਿਕੇ ਤੇ ਗਿਲਵੇ ਕਰਦਾ ਹੈ, ਪਰਮਾਤਮਾ ਤੇ ਅਹਿਸਾਨ ਕਰਦਾ ਹੈ। ਸਹਿ ਫਰਮਾਨ ਕਰਦੇ ਨੇ ਕਿਤੇ ਲੈ ਲੈ ਮੁਕਰ ਪਾਹੇ, ਕਈ ਲੈ ਕੇ ਮੁਕਰ ਜਾਂਦੇ ਨੇ, ਜਿਹਨੂੰ ਨਾ ਸ਼ੁਕਰੇ ਕਿਹਾ ਹੁੰਦਾ ਹੈ। ਆਪਾਂ ਕਹਿੰਦੇ ਐਸੇ ਮਨੁੱਖਾਂ ਦੀ ਨਜ਼ਰ, ਕਈ ਕਹਿੰਦੇ ਨਾ ਬੰਦੇ ਦੀ ਨਜ਼ਰ ਲੱਗ ਗਈ ਹੈ। ਸਾਹਿਬ ਕਹਿਣ ਲੱਗੇ ਇਹੋ ਜਿਹੇ ਬੰਦਿਆਂ ਦੀ ਨਜ਼ਰ ਲੱਗ ਜਾਂਦੀ ਹੈ ਜਿਹੜੇ ਬੇਸ਼ੁਕਰੇ ਨੇ, ਨਾ ਸ਼ੁਕਰੇ ਨੇ, ਜਿਹੜੇ ਪਰਮਾਤਮਾ ਦੀਆਂ ਦਾਤਾਂ ਲੈ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਐਸੇ ਬੰਦੇ ਦੀ ਕਿਤੇ ਨਿਗਾਹ ਵੀ ਨਾ ਪੈ ਜਾਵੇ, ਐਸੇ ਮਨੁੱਖ ਦੀ ਨਿਗਾਹ ਵੀ ਮਾੜੀ ਹੈ, ਐਸੇ ਦੇ ਬੰਦੇ ਦੀ ਨਜ਼ਰ ਹੀ ਮਾੜੀ ਹੈ ਜਿਹੜੀ ਪਰਮਾਤਮਾ ਦੀਆਂ ਦਾਤਾਂ ਲੈ ਕੇ ਨਾ ਸ਼ੁਕਰੇ ਹੋ ਜਾਣ। ਤੇ ਸਹਿ ਫਰਮਾਨ ਕਰਦੇ ਨੇ ਕਿਤੇ ਲੈ ਲੈ ਮੁਕਰ ਪਾਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਮੱਧ ਵਿੱਚ ਰਿੱਧਾ ਮਾਸ ਕੁੱਤੇ ਦਾ, ਕੁੱਤੇ ਦਾ ਮਾਸ ਕਿਸੇ ਨੇ ਸ਼ਰਾਬ ਅੰਦਰ ਪਾ ਕੇ ਰਿੰਨ ਦਿੱਤਾ। ਨਾ ਸ਼ੁਕਰੇ ਦੀ ਗੱਲ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਨੇ। ਕਹਿਣ ਲੱਗੇ ਕਿਸੇ ਨੇ ਕੁੱਤੇ ਦਾ ਮਾਸ ਸ਼ਰਾਬ ਦੇ ਅੰਦਰ ਪਾ ਕੇ ਰਿੰਨਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਸ਼ਰਾਬ ਦੇ ਅੰਦਰ ਕੁੱਤੇ ਦਾ ਮਾਸ ਪਾ ਕੇ ਉਹਨੂੰ ਰਿੰਨਿਆ ਗਿਆ। ਧਰਿਆ ਮਾਨਸ ਖੋਪੜੀ ਤੇ ਸੰਧੀ ਵਾਸ, ਕੁੱਤੇ ਦਾ ਮਾਸ ਬਣਾ ਕੇ ਬੰਦੇ ਦੀ ਖੋਪੜੀ ਦੇ ਅੰਦਰ ਪਾਤਾ, ਭਾਂਡੇ ਦੀ ਥਾਂ ਤੇ। ਹੁਣ ਖੋਪੜੀ ਦੇ ਅੰਦਰ ਪਾ ਕੇ ਚੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਇਸਤਰੀ ਖੋਪੜੀ ਦੇ ਅੰਦਰ ਕੁੱਤੇ ਦਾ ਮਾਸ ਪਾ ਕੇ ਬਣਾ ਕੇ ਆਪਣੇ ਘਰ ਨੂੰ ਲੈ ਕੇ ਜਾ ਰਹੀ ਹੈ। ਹੁਣ ਜਦੋਂ ਕੁੱਤੇ ਦਾ ਮਾਸ ਲੈ ਕੇ ਜਾ ਰਹੀ ਹੈ ਬਣਾ ਕੇ, ਬਦਬੂ ਬੜੀ ਆ ਰਹੀ ਹੈ। ਜਿਹੜਾ ਲੰਘਦਾ ਹੈ ਉਹਨੂੰ ਬਦਬੂ ਆ ਰਹੀ ਹੈ, ਜਿਹੜਾ ਲੰਘਦਾ ਹੈ ਉਹਨੂੰ ਬਦਬੂ ਆ ਰਹੀ ਹੈ। ਕਿਸੇ ਬੰਦੇ ਨੇ ਸਵਾਲ ਕਰ ਦਿੱਤਾ, ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਕਿਸੇ ਨੇ ਪੁੱਛਿਆ ਵੀ ਇੰਨੀ ਬਦਬੂ ਆ ਰਹੀ ਹੈ, ਇੰਨੀ ਗੰਦੀ ਚੀਜ਼ ਲੈ ਕੇ ਜਾ ਰਹੀ ਹੈ, ਤੂੰ ਇਹਨੂੰ ਢੱਕਿਆ ਕਿਉਂ ਹੋਇਆ, ਪਰਦਾ ਕਿਉਂ ਕੀਤਾ ਹੋਇਆ ਇਹਦੇ ਤੇ? ਇੱਕ ਮਾਸ ਉਹ ਵੀ ਕੁੱਤੇ ਦਾ, ਰਿੰਨਿਆ ਵੀ ਸ਼ਰਾਬ ਦੇ ਅੰਦਰ ਪਾ ਕੇ, ਇੰਨੀ ਗੰਦੀ ਬਦਬੂ ਆ ਰਹੀ ਹੈ। ਦੂਜਾ ਤੂੰ ਖੋਪੜੀ ਦੇ ਅੰਦਰ ਪਾਇਆ, ਤੀਜਾ ਤੂੰ ਢਕਿਆ ਉੱਪਰੋਂ ਕੱਪੜੇ ਦੇ ਨਾਲ ਇਹਨੂੰ। ਇਸਤਰੀ ਦਾ ਜਵਾਬ ਸੀ ਨਦਰ ਪਵੇ ਆ ਕਿਰਤ ਘਨਾ ਮਦ ਹੋਏ ਵਿਨਾਸ਼। ਕਹਿਣ ਲੱਗੀ ਮੈਂ ਕੱਪੜਾ ਤਾਂ ਦਿੱਤਾ ਕਿਸੇ ਅਕਿਰਤ ਕੰਨ ਨਾ ਸ਼ੁਕਰੇ ਬੰਦੇ ਦੀ ਇਹ ਤੇ ਨਜ਼ਰ ਨਾ ਪੈ ਜਾਵੇ। ਮੈਨੂੰ ਪਤਾ ਹੈ ਇਹ ਗੰਦੀ ਚੀਜ਼ ਹੈ, ਕੁੱਤੇ ਦਾ ਮਾਸ ਹੈ,
ਪਰ ਅਕਿਰਤ ਘਣ ਬੰਦੇ ਦੀ ਨਿਗਾਹ ਇਹਦੇ ਤੋਂ ਵੀ ਗੰਦੀ ਏ। ਕਿਤੇ ਅਕਿਰਤ ਘਣ ਬੰਦੇ ਦੀ ਨਿਗਾਹ ਨਾ ਇਹ ਤੇ ਪੈ ਜਾਵੇ, ਜੇ ਅਕਿਰਤ ਘਣ ਬੰਦੇ ਦੀ ਨਿਗਾਹ ਇਹਦੇ ਤੇ ਪੈ ਗਈ, ਮੇਰੇ ਪਰਿਵਾਰ ਦੇ ਖਾਣ ਦੇ ਇਹ ਲਾਇਕ ਨਹੀਂ ਰਹਿਣਾ। ਅਕਿਰਤ ਘਣ ਬੰਦੇ ਦੀ ਇੰਨੀ ਗੰਦੀ ਨਿਗਾਹ ਦੱਸੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਥਾਂ ਤੇ ਹੋਰ ਕਿਆ ਕਹਿਣ ਲੱਗੇ, ਧਰਤੀ ਰੋ ਪਈ, ਪਰਮਾਤਮਾ ਦੇ ਕੋਲ ਪੁਕਾਰ ਕਰਤੀ, ਕਹਿਣ ਲੱਗੀ ਮੇਰੇ ਤੂੰ ਇੰਨਾ ਭਾਰ ਹੁਣ ਨਹੀਂ ਸਹਾਰਿਆ ਜਾਂਦਾ, ਮੈਂ ਨਹੀਂ ਇੰਨਾ ਭਾਰ ਸਹਾਰ ਸਕਦੀ। ਧਰਤੀ ਕਹਿਣ ਲੱਗੀ ਪਰਮਾਤਮਾ ਨੂੰ। ਪਰਮਾਤਮਾ ਨੇ ਫਿਰ ਸਵਾਲ ਤੇ ਜਵਾਬ ਕੀਤੇ, ਕਹਿਣ ਲੱਗੇ ਤੇਰੇ ਤੇ ਕਾਹਦਾ ਪਹਾੜ ਏ? ਇਹ ਜਿਹੜੇ ਇੰਨੇ ਇੰਨੇ ਵੱਡੇ ਪਹਾੜ ਨੇ, ਇਹਨਾਂ ਦਾ ਭਾਰ ਏ ਤੇਰੇ ਤੇ? ਇੰਨੀਆਂ ਵੱਡੀਆਂ ਨਦੀਆਂ ਚੱਲ ਰਹੀਆਂ ਨੇ ਤੇਰੀ ਹਿੱਕ ਤੇ, ਇਹਨਾਂ ਦਾ ਭਾਰ ਏ? ਕਹਿਣ ਲੱਗੀ ਨਹੀਂ। ਪਰਮਾਤਮਾ ਕਹਿਣ ਲੱਗੇ ਇੰਨੇ ਵੱਡੇ ਬਰਛ ਵਨਸਪਤੀ ਚੱਲ ਰਹੀ ਏ, ਇਹਦਾ ਭਾਰ ਏ ਤੇਰੇ ਤੇ? ਕਹਿਣ ਲੱਗੀ ਨਹੀਂ। ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਮੈਨੂੰ ਇਹਨਾਂ ਪਰਬਤਾਂ ਦਾ ਕੋਈ ਭਾਰ ਨਹੀਂ। ਨਾ ਤਿਸ ਭਾਰੇ ਸ਼ਾਇਰਾਂ ਨਦਵਾ ਵਹੰਦੇ, ਨਾ ਮੈਨੂੰ ਕਿਸੇ ਨਦੀ ਦਾ ਭਾਰ ਏ, ਨਾ ਸਮੁੰਦਰ ਦਾ ਭਾਰ ਏ, ਨਾ ਕਿਸੇ ਝੀਲ ਦਾ ਭਾਰ ਏ। ਨਾ ਤਿਸ ਭਾਰੇ ਕੋਟਗੜ, ਕੋਟਗੜ ਦਾ ਮਤਲਬ ਹੁੰਦਾ ਹੈ ਵੱਡੇ ਵੱਡੇ ਮਹਿਲ, ਘਰ ਬਾਹਰ ਦਸੰਦੇ, ਵੱਡੇ ਵੱਡੇ ਮਹਿਲ ਮਾੜੀਆਂ ਘਰ, ਮੈਨੂੰ ਇਹਨਾਂ ਦਾ ਭਾਰ ਨਹੀਂ। ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਨਾ ਮੈਨੂੰ ਇਹਨਾਂ ਜੀਵ ਜੰਤਾਂ ਦਾ ਭਾਰ। ਧਰਤੀ ਕਹਿਣ ਲੱਗੀ ਮੈਨੂੰ ਇਹਨਾਂ ਦਾ ਕੋਈ ਭਾਰ ਨਹੀਂ। ਪਰਮਾਤਮਾ ਕਹਿਣ ਲੱਗਾ ਭਾਰ ਤੈਨੂੰ ਫਿਰ ਕਾਹਦਾ ਹੈ? ਭਾਰੇ ਭੂਈ ਅਕਿਰਤ ਘਨ ਮੰਦੀ ਹੂੰ ਮੰਦੇ, ਮੈਨੂੰ ਉਹਨਾਂ ਅਕਿਰਤ ਘਣਾਂ ਦਾ ਨਾ ਸ਼ੁਕਰਿਆਂ ਦਾ ਭਾਰ ਏ ਜਿਹੜੇ ਤੇਰੀਆਂ ਦਾਤਾਂ ਲੈ ਕੇ ਤੈਨੂੰ ਯਾਦ ਨਹੀਂ ਕਰਦੇ। ਮੈਨੂੰ ਇਹਨਾਂ ਲੋਹੇ ਦਾ, ਇਹਨਾਂ ਪਹਾੜਾਂ ਦਾ, ਇਹਨਾਂ ਜੀਵ ਜੰਤੂਆਂ ਦਾ, ਇਹਨਾਂ ਘਰਾਂ ਦਾ, ਮਹਿਲ ਮਾੜੀਆਂ ਦਾ, ਨਦੀਆਂ ਦਾ, ਸਮੁੰਦਰਾਂ ਦਾ ਮੈਨੂੰ ਕੋਈ ਭਾਰ ਨਹੀਂ। ਮੈਨੂੰ ਉਹਨਾਂ ਦਾ ਭਾਰ ਏ ਜਿਹੜੇ ਨਾ ਸ਼ੁਕਰੇ ਇਨਸਾਨ ਨੇ, ਜਿਹੜੇ ਤੇਰੀਆਂ ਦਾਤਾਂ ਲੈ ਕੇ ਵੀ ਤੈਨੂੰ ਯਾਦ ਨਹੀਂ ਕਰਦੇ। ਸਹਿ ਫਰਮਾਨ ਕਰਦੇ ਨੇ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਈ ਖਾਏ। ਕਈ ਐਸੇ ਮੂਰਖ ਨੇ ਜਿਨ੍ਹਾਂ ਨੇ ਆਪਣਾ ਮੂੰਹ ਅੱਗੇ ਰੱਖਿਆ ਹੋਇਆ, ਬਸ ਖਾਣਾ ਹੀ ਖਾਣਾ ਹੈ, ਖਾਣਾ ਹੀ ਖਾਣਾ ਹੈ, ਹੋਰ ਕੁਛ ਨਹੀਂ। ਸਾਹਿਬ ਕਹਿਣ ਲੱਗੇ ਕਈ ਐਸੇ ਵੀ ਹੈਗੇ ਨੇ ਜਿਹੜੇ ਕੇਵਲ ਖਾਣ ਤੱਕ ਸੀਮਤ ਨੇ। ਕੇਤਿਆਂ ਦੁਖ ਭੂਖ ਸਦਮਾਰ, ਏ ਪੈਦਾ ਤੇਰੀ ਦਾਤਾਰ। ਕਹਿਤ ਕਈਆਂ ਦੀ ਜ਼ਿੰਦਗੀ ਦੇ ਅੰਦਰ ਦੁੱਖੇ ਮੁਸੀਬਤਾਂ ਨੇ, ਭੁੱਖੇ, ਪਰ ਸਾਹਿਬ ਕਹਿਣ ਲੱਗੇ ਏ ਪੈਦਾ ਤੇਰੀ ਦਾਤਾਰ, ਇਹ ਵੀ ਤੇਰੀਆਂ ਦਾਤਾਂ ਨੇ, ਇਹ ਵੀ ਤੇਰੀ ਇੱਕ ਦਾਤ ਹੈ ਜਿਹੜੀ ਤੂੰ ਮਨੁੱਖ ਦੀ ਝੋਲੀ ਦੇ ਅੰਦਰ ਪੰਨ ਹੈ। 90% ਉਹ ਲੋਕ ਨੇ ਜਿਹੜੇ ਦਾਤਾਂ ਲੈ ਕੇ ਮੁਨਕਰ ਹੋ ਜਾਂਦੇ ਨੇ। 90% ਮੁਨਕਰ ਦਾ ਮਤਲਬ ਹੁੰਦਾ ਜਿਹੜੇ ਆਲਸੀ ਹੋ ਜਾਂਦੇ ਨੇ, ਜਿਹੜੇ ਨਾ ਸ਼ੁਕਰੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਸਭ ਕੁਝ ਭੁੱਲ ਜਾਂਦਾ ਵੀ ਅਸੀਂ ਕੀ ਹੁੰਦੇ ਸਾਂ, ਅੱਜ ਅਸੀਂ ਕੀ ਹਾਂ। 90% ਉਹ ਨੇ ਜਿਹੜੇ ਲੈ ਕੇ ਆਲਸੀ ਹੋ ਜਾਂਦੇ ਨੇ। ਜਿਹੜੇ ਲੈ ਕੇ ਵੀ ਯਾਦ ਰੱਖਦੇ ਨੇ, ਸਾਹਿਬ ਕਹਿਣ ਲੱਗੇ ਉਹ ਦੇਵਤੇ ਨੇ, ਉਹ ਨਾ ਸ਼ੁਕਰੇ ਨਹੀਂ ਹੈ, ਉਹ ਪਰਮਾਤਮਾ ਨੂੰ ਯਾਦ ਰੱਖਦੇ ਨੇ, ਉਹਨੂੰ ਨਾ ਸ਼ੁਕਰੇ ਨਹੀਂ ਕਿਹਾ ਜਾਂਦਾ। ਮੁਹੰਮਦ ਸਾਹਿਬ ਦੇ ਦੋਤਰੇ ਹੋਏ ਨੇ ਹਸਨ। ਹਸਨ ਇੱਕ ਦਿਨ ਯਾਤਰਾ ਤੇ ਚੱਲਿਆ, ਨਾਲ ਉਹਦੇ ਖਲੀਫੇ ਸਨ, 5-6 ਖਲੀਫੇ ਦਾ ਮਤਲਬ ਹੁੰਦਾ ਚੇਲੇ ਕਹਿ ਲਓ ਆਪਣੀ ਭਾਸ਼ਾ 'ਚ, ਉਹ ਨਾਲ ਚੱਲੇ। ਜਦੋਂ ਉਹ ਰਸਤੇ ਦੇ ਅੰਦਰ ਗਏ, ਰਾਤ ਪੈ ਗਈ। ਜਦੋਂ ਰਾਤ ਪਈ ਉਹ ਸੌਂ ਗਏ। ਸਵੇਰੇ ਉੱਠੇ, ਸਵੇਰੇ ਉੱਠ ਕੇ ਹਸਨ ਕਹਿਣ ਲੱਗਾ ਆਓ ਪਰਮਾਤਮਾ ਦਾ ਨਾਮ ਜਪਦੇ ਹਾਂ। ਉਹਨਾਂ ਪਰਮਾਤਮਾ ਦਾ ਨਾਮ ਲਿਆ, ਸਾਰਾ ਦਿਨ ਚੱਲੇ, ਸ਼ਾਮ ਹੋ ਗਈ। ਹਸਨ ਕਹਿੰਦਾ ਭੁੱਖ ਲੱਗੀ, ਜਾਓ ਕੁਛ ਪਿੰਡ 'ਚੋਂ ਮੰਗ ਕੇ ਲੈ ਆਓ। ਸ਼ਾਮ ਦਾ ਵਕਤ ਹੋ ਗਿਆ, ਕੱਲ ਦਾ ਪ੍ਰਸ਼ਾਦਾ ਨਹੀਂ ਛਕਿਆ।
4 ਖਲੀਫੇ ਸਨ, 2 ਚਲੇ ਗਏ ਮੰਗਣ ਵਾਸਤੇ। ਪੂਰੇ ਪਿੰਡ ਵਿੱਚੋਂ ਕੁਛ ਨਹੀਂ ਮਿਲਿਆ ਖਾਣ ਵਾਸਤੇ। ਜਿਹਦੇ ਘਰ ਜਾਣ ਅਗਲੇ ਕਹਿਣ ਚੰਗੇ ਭਲੇ ਹੋ, ਕੰਮਕਾਰ ਕਰੋ ਜਾ ਕੇ। ਪੂਰੇ ਪਿੰਡ ਘੁੰਮਣ ਤੋਂ ਬਾਅਦ ਵਾਪਸ ਆ ਗਏ। ਹਸਨ ਨੂੰ ਕਹਿਣ ਲੱਗੇ ਕੁਛ ਨਹੀਂ ਮਿਲਿਆ ਖਾਣ ਵਾਸਤੇ, ਭੁੱਖ ਬਹੁਤ ਲੱਗੀ ਹੋਈ ਹੈ, 2 ਦਿਨ ਹੋ ਗਏ ਨੇ। ਹਸਨ ਕਹਿਣ ਲੱਗਾ ਕੋਈ ਗੱਲ ਨਹੀਂ, ਆ ਜਾਓ ਆਪਾਂ ਸਾਰੇ ਦੁਆ ਕਰਦੇ ਹਾਂ। ਹੁਣ ਦੁਆ ਕਰਨ ਲੱਗਾ ਹਸਨ। ਦੁਆ ਇਹ ਕੀਤੀ, ਹੇ ਮਾਲਕ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ, ਸਾਰਾ ਦਿਨ ਸਾਡਾ ਸੁੱਖ ਦੇ ਨਾਲ ਬਤੀਤ ਹੋਇਆ, ਜੋ ਸਾਡੀਆਂ ਦਿਨ ਦੀਆਂ ਲੋੜਾਂ ਸਨ ਤੁਸੀਂ ਪੂਰੀਆਂ ਕੀਤੀਆਂ ਨੇ। ਹੁਣ ਰਾਤ ਦਾ ਸਮਾਂ ਹੋਇਆ, ਸਾਨੂੰ ਸੌਣ ਦੀ ਆਗਿਆ ਬਖਸ਼ੋ। ਹਸਨ ਤੇ ਇਹ ਗੱਲ ਕਹਿ ਰਿਹਾ, ਪਰ ਜਿਹੜੇ ਉਹਦੇ ਨਾਲ ਖਲੀਫੇ ਸਨ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ। ਅੰਦਰੋਂ ਉਹਨਾਂ ਦਾ ਦਿਲ ਨਹੀਂ ਬੋਲਦਾ, ਕਹਿਣ ਲੱਗੇ ਆਪ ਵੀ ਝੂਠ ਮਾਰੀ ਜਾਂਦਾ, ਸਾਡੇ ਤੋਂ ਵੀ ਝੂਠ ਮਰਵਾ ਰਿਹਾ ਹੈ ਕਿ ਪਰਮਾਤਮਾ ਤੂੰ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਨੇ, ਬੜਾ ਸੁੱਖ ਦੇ ਨਾਲ ਪੂਰਾ ਦਿਨ ਬਤੀਤ ਹੋਇਆ, ਹੁਣ ਸੌਣ ਦੀ ਆਗਿਆ ਬਖਸ਼ੋ। ਚਲੋ ਖਲੀਫੇ ਸਨ, ਉਹਨਾਂ ਗੱਲ ਮੰਨਣੀ ਸੀ, ਉਹਨਾਂ ਵੀ ਦੁਆ ਕੀਤੀ ਨਾਲ। ਜ਼ੁਬਾਨ ਬੋਲ ਰਹੀ ਹੈ, ਦਿਲ ਨਹੀਂ ਬੋਲਦਾ, ਨਾ ਮਨ ਬੋਲਦਾ। ਰਾਤ ਪਈ, ਸੌਂ ਗਏ, ਸਵੇਰੇ ਫਿਰ ਉੱਠੇ, ਪੂਰਾ ਦਿਨ ਯਾਤਰਾ ਕੀਤੀ। ਸ਼ਾਮ ਦਾ ਵਕਤ ਹੋਇਆ, ਹਸਨ ਕਹਿਣ ਲੱਗੇ ਜਾਓ ਜਾ ਕੇ ਪਿੰਡ ਵਿੱਚੋਂ ਕੁਛ ਮੰਗ ਕੇ ਲੈ ਕੇ ਆਓ। ਹੁਣ ਇਹਨਾਂ ਖਲੀਫਿਆਂ ਦੇ ਅੰਦਰ ਇੰਨੀ ਵੀ ਹਿੰਮਤ ਨਹੀਂ ਸਰੀਰ ਦੇ ਅੰਦਰ, ਇਹ ਤੁਰ ਕੇ ਪਿੰਡ ਦੇ ਵਿੱਚੋਂ ਜਾ ਕੇ ਮੰਗ ਕੇ ਲਿਆ ਸਕਣ। ਸ਼ਾਮ ਦਾ ਵਕਤ ਹੋਇਆ, ਪਿੰਡ ਵਿੱਚ ਗਏ, ਕਿਸੇ ਨੇ ਕੁਛ ਨਹੀਂ ਦਿੱਤਾ ਖਾਣ ਵਾਸਤੇ। ਉਹੀ ਗੱਲਾਂ ਦੁਹਰਾਈਆਂ, ਚੰਗੇ ਭਲੇ ਹੋ, ਕੰਮਕਾਰ ਕਰੋ, ਤੁਸੀਂ ਮੰਗਦੇ ਚੰਗੇ ਲੱਗਦੇ ਹੋ। ਸ਼ਾਮ ਨੂੰ ਜਦੋਂ ਵਾਪਸ ਆਏ, ਇੰਨੀ ਹਿੰਮਤ ਨਹੀਂ ਵੀ ਇਹ ਹੁਣ ਤੁਰ ਵੀ ਸਕਣ। ਮੁਹੰਮਦ ਸਾਹਿਬ ਦੇ ਦੋਤੇ ਦੇ ਲਾਗੇ ਆ ਕੇ ਬੈਠ ਗਏ ਹਸਨ ਦੇ ਕੋਲ। ਕਹਿੰਦੇ ਜੀ ਕੁਛ ਨਹੀਂ ਮਿਲਿਆ ਖਾਣ ਵਾਸਤੇ। ਹਸਨ ਕਹਿੰਦਾ ਕੋਈ ਗੱਲ ਨਹੀਂ, ਆਪਾਂ ਦੁਆ ਕਰਦੇ ਹਾਂ। ਹੁਣ ਦੁਆ ਦੇ ਅੰਦਰ ਜਦੋਂ ਹੱਥ ਉਹਨਾਂ ਨੇ ਅੱਡੇ, ਐ ਅੱਲਾ ਤੇਰੀ ਬੜੀ ਕਿਰਪਾ, ਬੜੀ ਰਹਿਮਤ ਹੋਈ ਏ, ਸਾਰਾ ਦਿਨ ਸਾਡਾ ਸੁੱਖਾਂ ਦੇ ਨਾਲ ਬਤੀਤ ਹੋਇਆ, ਤੂੰ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਨੇ। ਜਿਹੜੇ ਪਿੱਛੇ 2 ਬੈਠੇ ਸਨ ਉਹਨਾਂ ਰੌਲਾ ਪਾ ਦਿੱਤਾ, ਕਹਿਣ ਲੱਗਾ ਜੀ ਬਿਲਕੁਲ ਅਸੀਂ ਨਹੀਂ ਪੜ੍ਹਨਾ, ਅੱਜ 3ਜਾ ਦਿਨ ਹੋ ਗਿਆ, ਟੁਕੜਾ ਰੋਟੀ ਦਾ ਖਾਣ ਨੂੰ ਨਹੀਂ ਮਿਲਿਆ, ਲੋੜਾਂ ਸਾਡੀਆਂ ਖਾਕ ਪੂਰੀਆਂ ਹੋਈਆਂ ਨੇ, ਖਾਣ ਵਾਸਤੇ ਪ੍ਰਸ਼ਾਦਾ ਨਹੀਂ ਮਿਲਿਆ, ਝੂਠ ਤੂੰ ਆਪ ਮਾਰੀ ਜਾਂਦਾ, ਨਾਲ ਸਾਡੇ ਕੋਲੋਂ ਮਰਵਾ ਰਿਹਾ। ਹਸਨ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਮਾਲਕ ਜੀ ਤੂੰ ਕਿੰਨਾ ਦਿਆਲੂ ਏ, ਜੇ ਅੱਜ ਅਸੀਂ ਭੁੱਖੇ ਨਾ ਰਹਿੰਦੇ ਸਾਨੂੰ ਭੁੱਖ ਦਾ ਅਹਿਸਾਸ ਨਹੀਂ ਸੀ ਹੋਣਾ, ਸਾਨੂੰ ਦੁੱਖ ਦਾ ਅਹਿਸਾਸ ਨਹੀਂ ਸੀ ਹੋਣਾ। ਅੱਜ ਇਹ ਭੁੱਖੇ ਰਹੇ ਨੇ, ਅੱਜ ਇਹਨਾਂ ਨੂੰ ਭੁੱਖ ਦਾ ਅਹਿਸਾਸ ਕਰਾਇਆ ਹੈ। ਦੁੱਖ ਤੇ ਭੁੱਖ, ਕੰਗਾਲਤਾ, ਗਰੀਬੀ, ਇਹ ਤੇਰੀਆਂ ਦਾਤਾਂ ਨੇ। ਜਦੋਂ ਕਦੀ ਮਨੁੱਖ ਗਰੀਬੀ ਦਾ ਲਿਬਾਸ ਪਾ ਲੈਂਦਾ, ਕਦੀ ਮਨੁੱਖ ਅਮੀਰੀ ਦਾ ਲਿਬਾਸ ਪਾ ਲੈਂਦਾ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ 2 ਤਰ੍ਹਾਂ ਦੇ ਲਿਬਾਸ ਨੇ। ਕਦੀ ਬੰਦਾ ਅਮੀਰੀ ਦਾ ਲਿਬਾਸ ਪਾ ਲੈਂਦਾ, ਕਦੀ ਬੰਦਾ ਗਰੀਬੀ ਦਾ ਪਾ ਲੈਂਦਾ। ਪਰ ਸਾਹਿਬ ਕਹਿਣ ਲੱਗੇ ਦੁੱਖ ਦਾਰੂ, ਸੁੱਖ ਰੋਗ ਪਿਆ। ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦਮਾਰ, ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਵਿਸ਼ੇ ਵਿਕਾਰਾਂ ਤੂੰ ਮਾਇਆ ਤੂੰ ਖਲਾਸੀ ਜਿਹੜੀ ਹੋਣੀ ਹੈ ਪਰਮਾਤਮਾ ਦੇ ਭਾਣੇ ਦੇ ਅੰਦਰ ਚੱਲਣ ਕਰਕੇ ਹੋਣੀ ਹੈ। ਬੰਦ ਖਲਾਸੀ ਭਾਣੇ ਹੋਏ, ਹੋ ਰਾਖ ਨ ਸਕੇ ਕੋਏ। ਤੇ ਪਰਮਾਤਮਾ ਦੇ ਭਾਣੇ ਤੂੰ ਤੁਰਨ ਤੋਂ ਬਗੈਰ ਵਿਸ਼ੇ ਵਿਕਾਰਾਂ ਤੋਂ ਮਾਇਆ ਤੋਂ ਖਲਾਸੀ ਨਹੀਂ ਹੋ ਸਕਦੀ। ਜੇ ਕੋ ਖਾਏ ਗਿਆ ਖਣ ਪਾਏ, ਜੇ ਕੋਈ ਮੂਰਖ ਬੰਦਾ ਇਹ ਗੱਲ ਕਵੇ ਕਿ ਪਰਮਾਤਮਾ ਦੇ ਭਾਣੇ ਅੰਦਰ ਚੱਲਣ ਦੀ ਲੋੜ ਨਹੀਂ, ਮਾਇਆ ਤੋਂ ਖਲਾਸੀ ਹੋ ਜਾਏਗੀ। ਤੇ ਸਾਹਿਬ ਕਹਿਣ ਲੱਗੇ ਫਿਰ ਕੀ ਹੋਏਗਾ? ਉਹ ਜਾਣੇ ਜੇਤੀਆਂ ਮੂੰਹ ਖਾਏ, ਫਿਰ ਉਹੀ ਜਾਣਦਾ ਉਹਦੇ ਮੂੰਹ ਤੇ ਕਿੰਨੀਆਂ ਚੋਟਾਂ ਪੈਣਗੀਆਂ ਰੱਬ ਵੱਲੋਂ। ਜੇ ਕੋਈ ਬੰਦਾ ਕਵੇ ਕਿ ਪਰਮਾਤਮਾ ਦੇ ਹੁਕਮ ਅੰਦਰ ਚੱਲਣ ਦੀ ਲੋੜ ਨਹੀਂ ਹੈ, ਪਰਮਾਤਮਾ ਦੇ ਹੁਕਮ ਤੋਂ ਚੱਲਣ ਤੋਂ ਇਲਾਵਾ ਹੀ ਮਾਇਆ ਤੋਂ ਖਲਾਸੀ ਵਿਸ਼ੇ ਵਿਕਾਰਾਂ ਤੋਂ ਹੋ ਜਾਏਗੀ,
ਸਾਹਿਬ ਕਹਿਣ ਲੱਗੇ ਐਸੇ ਮਨੁੱਖ ਤੇ ਫਿਰ ਚੋਟਾਂ ਪੈਂਦੀਆਂ ਨੇ, ਦੁਖੀ ਹੁੰਦਾ। ਆਪੇ ਜਾਣੇ ਆਪੇ ਦੇ, ਆਖੈ ਸੇਭੇ ਕੇਈ ਕੇ। ਆਪੇ ਜਾਣੇ, ਪਰਮਾਤਮਾ ਆਪ ਜਾਣਦਾ ਹੈ, ਆਪੇ ਦੇ। ਹੁਣ ਪਰਮਾਤਮਾ ਨੂੰ ਪਤਾ ਵੀ ਕਿਹਦੀ ਝੋਲੀ ਦੇ ਅੰਦਰ ਮੈਂ ਕਿੰਨੀ ਦਾਤ ਪਾਣੀ ਹੈ। ਆਖੈ ਸੇਭੇ ਕਈ ਕੇ ਦਾ ਮਤਲਬ ਹੁੰਦਾ ਹੈ ਕਈ ਐਸੇ ਵੀ ਹੈਗੇ ਨੇ, ਸਾਰੇ ਬੇਸ਼ੁਕਰੇ ਨਹੀਂ, ਨਾ ਸ਼ੁਕਰੇ ਨਹੀਂ ਸਾਰੇ। ਆਖੈ ਸੇਭੇ ਕਈ ਕੇ ਦਾ ਮਤਲਬ ਕਈ ਐਸੇ ਵੀ ਹੈਗੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਆਪੇ ਜਾਣੇ ਆਪੇ ਦੇ। ਪਰਮਾਤਮਾ ਆਪ ਜਾਣਦਾ ਹੈ, ਆਪ ਹੀ ਉਹ ਦਾਤਾ ਦਿੰਦਾ ਹੈ। ਇੱਕ ਸੂਫੀ ਸੰਤ ਹੋਇਆ, ਉਹ ਕਹਿੰਦਾ ਮੇਰੀ ਝੋਲੀ ਛੋਟੀ ਏ, ਪਰਮਾਤਮਾ ਦੀ ਰਹਿਮਤ ਵੱਡੀ ਏ। ਮੇਰੀ ਝੋਲੀ ਇੰਨੀ ਛੋਟੀ ਏ ਕਿ ਪਰਮਾਤਮਾ ਇੰਨੀ ਬਖਸ਼ਿਸ਼ ਕਰਦਾ ਹੈ, ਮੇਰੀ ਝੋਲੀ ਦੇ ਅੰਦਰ ਉਹਦੀਆਂ ਦਾਤਾਂ ਹੀ ਨਹੀਂ ਆਉਂਦੀਆਂ। ਸਾਹਿਬ ਕਹਿਣ ਲੱਗੇ ਕਈ ਐਸੇ ਵੀ ਹੈਗੇ ਨੇ, ਆਖੇ ਸੇ ਭੇ ਕਈ ਕੇ, ਕਈ ਐਸੇ ਵੀ ਹੈਗੇ ਜਿਹੜੀ ਇਹ ਗੱਲ ਕਹਿੰਦੇ ਨੇ ਆਪੇ ਜਾਣੇ ਆਪੇ ਦੇ, ਕਿ ਪਰਮਾਤਮਾ ਆਪ ਹੀ ਜਾਣਦਾ ਹੈ ਕਿਹਨੂੰ ਕਿੰਨੀਆਂ ਦਾਤਾਂ ਚਾਹੀਦੀਆਂ ਨੇ ਤੇ ਆਪ ਉਹਨਾਂ ਦੀ ਝੋਲੀ ਦੇ ਅੰਦਰ ਦਾਤਾ ਪਾਉਂਦਾ ਹੈ। ਸਾਹਿਬ ਕਹਿਣ ਲੱਗੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਮਾਲਕ ਜੀ ਜਿਹਨੂੰ ਤੁਸੀਂ ਆਪਣੇ ਨਾਮ ਦੀ ਸਿਫਤ ਸਲਾਹ ਦਿੰਦੇ ਹੋ, ਨਾਨਕ ਪਾਤਸ਼ਾਹੀ ਪਾਤਸ਼ਾਹ, ਮਾਨੋ ਉਹ ਪਾਤਸ਼ਾਹ ਬਣ ਜਾਂਦਾ ਹੈ, ਮਾਨੋ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ, ਮਾਨੋ ਉਹ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣ ਜਾਂਦਾ ਹੈ। ਪਰ ਸਾਹਿਬ ਨੇ ਇੱਥੇ ਬਾਦਸ਼ਾਹ ਸ਼ਬਦ ਨਹੀਂ ਵਰਤਿਆ, ਪਾਤਸ਼ਾਹ ਸ਼ਬਦ ਵਰਤਿਆ ਹੈ, ਕਿਉਂਕਿ ਮਾਲਕ ਨੇ, ਗੁਰੂ ਨੇ ਜਦੋਂ ਬਣਾਇਆ ਸਾਨੂੰ ਪਾਤਸ਼ਾਹ ਬਣਾਇਆ, ਸਾਨੂੰ ਬਾਦਸ਼ਾਹ ਨਹੀਂ ਬਣਾਇਆ। ਬਾਦਸ਼ਾਹ ਦਾ ਮਤਲਬ ਹੁੰਦਾ ਬਦੀਆਂ ਦਾ ਸ਼ਾਹ, ਬਦੀਆਂ ਕਰਨ ਵਾਲਾ, ਵਿਸ਼ੇ ਵਿਕਾਰ ਭੋਗਣ ਵਾਲਾ। ਪਾਤਸ਼ਾਹ ਦਾ ਮਤਲਬ ਹੁੰਦਾ ਪਤ ਦਾ ਸ਼ਾਹ, ਕਿਸੇ ਦੀ ਇੱਜ਼ਤ ਦਾ ਰਖਵਾਲਾ ਹੋਵੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਮੇਂ ਅਨੁਸਾਰ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਦਰ ਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਨੋ ਸੰਤੋਸ਼ ਅਵਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਅਜੇ ਪੰਚ ਦੂਤ ਦਵਾਸੁ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪਰ ਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨੰਦ ਤੂਰੇ ਸ਼ਲੋਕ। ਦਿਵਸ ਰਾਤ ਦਾਈ ਦਾਇਆ, ਖੇਲੇ ਸਗਲ ਜਗਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
हमरे गत मित तुम्ही जानी, नानक दास सदा कुर्बानी। बोलना जी सतनाम श्री वाहिगुरु। एक ओंकार वाहिगुरु जी की फतेह। श्री पौती जी सहाय। वार श्री पौती जी की बादशाही 10वीं। प्रथम पौती सिमर कै गुरु नानक लैन ते आए, फिर अंगद गुरु ते अमरदास रामदास हुई सहाय। अर्जन हर गोबिंद नाम सिमराओ, श्री हर राय श्री हर कृष्ण ते आइयै, जिस डिठे सब दुखिया। तेग बहादुर सिमरे कार नाम विद्या वैताए, सब थाई होए सहाय। 10वां पातशाह श्री गुरु गोबिंद सिंह साहिब जी, सब थाई होए सहाय। 10 पातशाहियां दी जोत श्री गुरु ग्रंथ साहिब जी दे पाठ दिदार दा ध्यान धर के बोलो जी वाहिगुरु। 5 प्यारियां चौहां साहिबजादियां, 40 मुक्तियां जियां जपियां तपियां, जिन्हां नाम जपिया वंश छकिया, देख चलाई ते गवाई, देख के अंडित कीता। इन्हां प्यारियां सचियारियां दी कमाई दा ध्यान धर के खालसा जी बोलो जी वाहिगुरू। जिन्हां ਸਿੰਘਾਂ ਸੁਣੀਆਂ ने धर्म हेत सीस दिते, बंद बंद कटाए, खोपरियां दुआइयां चरखियां ते चढ़ियारियां नाल चिराए, गुरद्वारियां दी सेवा लई कुर्बानियां कीतियां, धर्म नहीं हारे, सिੱਖੀ केसां ਸਵਾਸਾਂ नाल निभाई। इन्हां दी कमाई दा ध्यान धर के खालसा जी बोलो जी वाहिगुरू। 5 तख्तां सरबत गुरुद्वारियां दा ध्यान धर के बोलो जी वाहिगुरू। प्रथमै सरबत खालसा जी की अरदास है। सरबत खालसा जी को वाहिगुरू वाहिगुरू वाहिगुरू। चेते अमर का सबका सर्व सुख होवे, जहां जहां खालसा जी साय, तहां तहां रक्षा रियाए, देवते फतेह बिरद की पहल पंथ के जेत, श्री साहिब जी सहाय, खालसे जी के बोल बाले बोलो जी। सिखा नू सिखी दान, केस दान, रहत दान, विवेक दान, विसा दान, भरोसा दान, दाना सिर दान, नाम दान, श्री अमृतसर जी के दर्शन स्नान, चौकियां झंडे गूंगे जुगो जुगे अटल, धर्म का जयकार खालसा जी साहिब बोलो जी वाहिगुरू। सिखां दा मन नीवां, मत उच्ची मत परदा राखा आप वाहिगुरू। हे अकाल पुरख अपने पंथ दे सदा सहाई दा कारजी, श्री ननकाना साहिब ते होर गुरुद्वारियां गुरधामां दे जिन्हां तो पंथ नूं विछोड़िया गया, खुले दर्शन दीदार सेवा संभाल दा दान खालसा जी नूं बख्शो। हे निमाणियां दे मान, ताणियां दे ताण, निओटियां दी ओर, धन 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 श्री गुरु ग्रंथ साहिब जी महाराज। सतगुरु आप जी दी अपार बख्शी सदका अमृत वेले तो इस वेले तक दीवान से आसा की वार जी दे कीर्तन शब्द कीर्तन गुरमत विचारा, आनंद साहिब जी दे जाप दी अरदास, अखर वादा काटा भुल चूक गलती माफ करनी, सरबत दे कारज रास करने आई संगत दी हाजरी, तिल फुल प्रेम पढ़ावा दाल प्रवान करनिया, गुरु संतां दे सीस ते आप जी अपना मेरा पर हाथ रखना, जगत जलंदा रख लै अपनी कृपा धार, जेत द्वारै उबरै तितै लियोगा, सतगुर कृपा करनी संसार पारनी, चल रही महामारी तुम याद बख्शनी, किसान वीरां दी आंग संग रखिया सहायता, कामयाबी चढ़दी कला दी रात बख्शी, सर्वत दे दुख दूर मुश्किलां सान, दे रोगता सुख शांति, नाम दान कित कमाइयां बरकतां पावन, नार कर दे प्रीतवान दसनीत को सुनीत सिंह बच्चियां दी कामयाबी लई अरदास बेनती, जीवन विच कामयाबी उन्नतियां तरक्कियां, दे रोगता सुख शांति दीयां दातां बख्शनियां, दार कर दे प्रीतवान अशोक कुमार कई जी दे जन्म दिन दी खुशी विच अरदास बेनती, मुकम्मल कड़ा प्रसाद शाम निशान दी सेवा, दीर्घायु दे रोगता नाम दा चढ़दियां कलां दे दान बख्शने, मोनी भैन जी वालों जन्म दिन दी अरदास बेनती खुशी विच 1300 रुपए माया अरदास कराई, सतगुर कृपा करनी, दीर्घायु लंबियां उमरां, नाम दान चढ़दियां कलां दे दान बख्शिश कर। आप जी दीयां बख्शियां दातां विचों कड़ा प्रसाद दी देग हाजिर है, दार प्रवान होवे, प्रवान होया प्रसाद सरबत साध संगत तां ही वरते, आप जी हुक्मनामा बख्श के निहाल करो, सही प्यारे में जिन्ना मिलिया तेरा नाम चित आवे, नानक नाम चढ़दी करा, तेरे भावे सर्बत दा भला।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਰਾ ਆਗਿਆ ਕਹੀ ਅਕਾਲ ਕੀ ਕਵੈ ਚਲਾਇਓ ਪੰਥ ਸਾਧ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ ਬੋਲ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਬਾਕੀ ਰਹੇ ਨ ਕੋਏ ਵਾਰ ਹੋਏ ਸਭ ਮਿਲेंगे ਮਰਜੇ ਸ਼ਰਨ ਜੋਏ ਮੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇੱਕ ਓੰਕਾਰ ਸਤਿਨਾਮ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਵਾਹਿਗੁਰੂ 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 ਸੋ ਕੋਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਸੋਂ ਪਰਸੋਂ ਝਟੀਐ ਤੁਧ ਲਿਖੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਈ ਮਹਿਲਾ ਚੌਥਾ ਘਰ ਪਹਿਲਾ ਚੌਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਕ ਦੁਖੀ ਉਤਰੇ ਗੁਰੂ ਨਾਮ ਦਿਓ ਰਿਨ ਲਾਥਾ ਮੇਰੇ ਹਿਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਕ ਦੁਖੀ ਉਤਰੇ ਗੁਰੂ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਮੇ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਤਿਨ ਸਾਧੂ ਚਰਨ ਨ ਸੇਵੇ ਕਬਹੂ, ਤਿਨ ਸਭ ਜਨਮ ਅਕਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸੁਖ ਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜੇ ਨਾਨਕ ਚਲੇ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜੇ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਪਾਵਨ ਹੁਕਮਨਾਮੇ ਦੇ ਅੰਦਰ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਮੇਰੇ ਮਨ ਭਜ ਰਾਮ ਨਾਮ ਸੋ ਵਿਅਰਥਾ। ਅਰਥ ਦਾ ਮਤਲਬ ਹੁੰਦਾ ਹੈ ਸਾਰੇ ਪਦਾਰਥ ਹੈ ਮੇਰੇ ਮਨ, ਪ੍ਰਭੂ ਪਰਮਾਤਮਾ ਨੂੰ ਸਿਮਰਿਆ ਕਰ ਦੇਣਾ ਮਾਲਕ ਸਾਰੇ ਪਦਾਰਥ ਦੇਣ ਵਾਲਾ। ਗੁਰ ਪੂਰੇ ਹੈ ਨਾਮ ਜੁੜਾਇਆ, ਬਿਨ ਨਾਮੇ ਜੀਵਨ ਵਿਅਰਥਾ। ਪੂਰੇ ਗੁਰੂ ਨੇ ਆਪਣਾ ਨਾਮ ਇਸ ਹਿਰਦੇ ਦੇ ਅੰਦਰ ਪੱਕਾ ਕਰ ਦਿੱਤਾ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਹੜਾ ਜੀਵਨ ਹੈ ਉਹ ਵਿਅਰਥ ਚਲਾ ਜਾਂਦਾ ਹੈ। ਸਹਿਬ ਕਹਿ ਲਗੇ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਸ਼ਬਦ ਦੇ ਪ੍ਰਕਰਮ ਦੇ ਮੁਤਾਬਕ ਗੁਰਬਾਣੀ ਦੇ ਅਰਥ ਕੀਤੇ ਜਾਂਦੇ ਨੇ। ਪਹਿਲਾਂ ਇਹਦੇ ਅਰਥ ਹੋਣਗੇ, ਹਾਥ ਧਰਿਓ ਮੇਰੇ ਮਾਥਾ। ਜਦੋਂ ਸਮਰੱਥ ਗੁਰੂ ਨੇ ਮੇਰੇ ਸਿਰ ਤੇ ਆਪਣਾ ਮਿਹਰ ਦਾ ਹੱਥ ਰੱਖਿਆ, ਫਿਰ ਕੀ ਹੋਇਆ? ਮੇਰੇ ਹਿਰਦੇ ਰਤਨ ਨਾਮ ਹਰ ਬਸਿਆ। ਮੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਰਤਨਾ ਵਰਗਾ ਨਾਮ ਅੰਦਰ ਪ੍ਰਵੇਸ਼ ਕਰ ਗਿਆ, ਹਿਰਦੇ ਦੇ ਅੰਦਰ ਵਸ ਗਿਆ। ਜਦੋਂ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਵਸਿਆ, ਫਿਰ ਕੀ ਹੋਇਆ? ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰੂ ਨਾਮ ਦਿਓ ਨਿਧ ਲਾਥਾ। ਜਦੋਂ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਵਸਿਆ, ਫਿਰ ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ। ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਅਪਰਾਧ ਜ਼ਿੰਦਗੀ ਵਿੱਚੋਂ ਨਿਕਲ ਗਏ। ਨਾਮ ਦਿਓ ਨਿਧ ਲਾਥਾ। ਜਿਹੜਾ ਮੇਰੇ ਸਿਰ ਤੇ ਪਾਪਾਂ ਦੀ ਕਰਜ਼ ਸੀ, ਪਾਪਾਂ ਦੀ ਬੰਦ ਸੀ, ਮਾਲਕ ਨੇ ਜਦੋਂ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਵਸਾਇਆ, ਸਾਰੇ ਪਾਪਾਂ ਦੇ ਦੁੱਖ ਦੂਰ ਹੋ ਗਏ। ਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰੂ ਘਰ ਦੇ ਪ੍ਰੀਤਵਾਨ ਅਸ਼ੋਕ ਕੁਮਾਰ ਘਈ, ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਰੱਖਦੇ ਹੋਏ ਸਾਰੇ ਹੀ ਪਰਿਵਾਰ ਵੱਲੋਂ, ਮੀਨਾ ਘਈ ਪਰਿਵਾਰ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਹੋਈ। ਕੜਾਹ ਪ੍ਰਸ਼ਾਦ ਦੀ ਦੇਖ ਲੈਣ ਤੋਂ ਬਾਅਦ ਸਿਆਲ ਨੇ ਚਾਹ ਦੇ ਲੰਗਰ ਛਕ ਕੇ ਜਾਂਦੀ ਕਿਰਪਾਲਤਾ ਕਰਨੀ ਹੈ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।